ਰਿਚ ਤੇ ਸਫਲ ਬੰਦਿਆਂ ਦੀਆਂ ਆਦਤਾਂ ਆਮ ਲੋਕਾਂ ਨਾਲੋਂ ਅਲੱਗ ਹੁੰਦੀਆਂ ਨੇ। ਜੇ ਆਪਾਂ ਵੀ ਇਹੀ ਆਦਤਾਂ ਆਪਣੀ ਲਾਈਫ 'ਚ ਲੈ ਆਈਏ ਤਾਂ ਫੋਕਸ ਤੇ ਪ੍ਰੋਡਕਟਿਵਿਟੀ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਉਹਨਾਂ ਹੈਬਿਟਸ ਬਾਰੇ। ਵੈਲਕਮ ਟੂ ਰਿਚ ਰੋਬਸਟ, ਬੀ ਰਿਚ, ਸਟਰੋਂਗ ਐਂਡ ਹੈਲਦੀ। They take care of their body। ਤਕਰੀਬਨ ਸਾਰੇ ਰਿਚ ਤੇ ਸਕਸੈਸਫੁਲ ਆਪਣੀ ਬਾਡੀ ਦਾ ਖਾਸ ਧਿਆਨ ਰੱਖਦੇ ਨੇ। ਉਹ ਕੁਝ ਮਹੀਨਿਆਂ ਬਾਅਦ ਫੁੱਲ ਬਾਡੀ ਚੈੱਕਅਪ ਕਰਾਉਂਦੇ ਰਹਿੰਦੇ ਨੇ। ਬਾਡੀ ਨੂੰ ਫਿੱਟ ਰੱਖਣ ਲਈ ਐਕਸਰਸਾਈਜ਼ ਤੇ ਮੈਡੀਟੇਸ਼ਨ ਕਰਦੇ ਨੇ, ਜਿਸ ਨਾਲ ਮਾਈਂਡ ਦੀ ਪ੍ਰੋਡਕਟਿਵਿਟੀ ਹੋਰ ਵੀ ਵੱਧ ਜਾਂਦੀ ਹੈ। ਇਸ ਦੇ ਨਾਲ ਨਾਲ ਉਹ ਆਪਣੇ ਖਾਣ ਪੀਣ ਨੂੰ ਲੈ ਕੇ ਬਹੁਤ ਹੀ ਡਿਸਿਪਲਿਨਡ ਹੁੰਦੇ ਨੇ। ਜੈਸਾ ਅੰਨ ਵੈਸਾ ਮਨ। ਇਹ ਟਾਈਮ ਅਨੁਸਾਰ ਲੋੜ ਮੁਤਾਬਿਕ ਸਿਰਫ ਤੇ ਸਿਰਫ ਹਾਈਜੀਨਿਕ ਖਾਣਾ ਹੀ ਖਾਂਦੇ ਨੇ। ਸੈਲਫ ਕੇਅਰ ਇਜ਼ ਹਾਊ ਯੂ ਟੇਕ ਯੂਰ ਪਾਵਰ ਬੈਕ। ਦੇ ਟੇਕ ਕੇਅਰ ਆਫ ਦੇਅਰ ਲੁੱਕਸ। ਤੁਸੀਂ ਦੇਖਿਆ ਹੀ ਹੋਵੇਗਾ ਕਿ ਰਿਚ ਤੇ ਸਕਸੈਸਫੁਲ ਲੋਕ ਬ੍ਰਾਂਡ ਕੌਨਸ਼ੀਅਸ ਨਹੀਂ ਹੁੰਦੇ, ਪਰ ਫਿਰ ਵੀ ਉਹ ਖਿੱਚ ਦਾ ਕੇਂਦਰ ਬਣੇ ਰਹਿੰਦੇ ਨੇ। ਉਹ ਆਪਣਾ ਸਮਾਂ ਕੱਪੜੇ ਡਿਸਾਈਡ ਕਰਨ ਵਿੱਚ ਬਰਬਾਦ ਨਹੀਂ ਕਰਦੇ। ਇਸੇ ਕਰਕੇ ਉਹ ਜ਼ਿਆਦਾਤਰ ਸੇਮ ਤਰ੍ਹਾਂ ਦੇ ਕੱਪੜਿਆਂ 'ਚ ਹੀ ਦੇਖੇ ਜਾਂਦੇ ਨੇ। ਮਾਰਕ ਜ਼ੁਕਰਬਰਗ, ਬਿਲ ਗੇਟਸ, ਵਾਰਨ ਬਫੇ, ਮੁਕੇਸ਼ ਅੰਬਾਨੀ, ਮਨਮੋਹਨ ਸਿੰਘ, APJ ਅਬਦੁਲ ਕਲਾਮ ਤੇ ਬਾਕੀ ਵੀ। ਕੱਪੜੇ ਪਾਉਣ ਦਾ ਇੱਕ ਸਿੰਪਲ ਢੰਗ ਹੈ। ਕੱਪੜੇ ਹਮੇਸ਼ਾ ਤੁਹਾਡੇ ਸਾਈਜ਼ ਦੇ ਤੇ ਸਾਫ਼ ਸੁਥਰੇ ਹੋਣੇ ਚਾਹੀਦੇ ਨੇ। ਇਹ ਭੜਕੀਲੇ ਨਹੀਂ ਹੋਣੇ ਚਾਹੀਦੇ। ਇਸ ਕਰਕੇ ਰਿਚ ਤੇ ਸਕਸੈਸਫੁਲ ਬੰਦਿਆਂ ਦੀਆਂ 50 ਸਾਲ ਪੁਰਾਣੀਆਂ ਫੋਟੋਆਂ ਵੀ ਆਫ ਟ੍ਰੈਂਡ ਨਹੀਂ ਲੱਗਦੀਆਂ। ਇਸ ਦੇ ਨਾਲ ਨਾਲ ਉਹ ਆਪਣੇ ਹਾਈਜੀਨ ਦਾ ਖਾਸ ਖਿਆਲ ਰੱਖਦੇ ਨੇ, ਜਿਵੇਂ ਗੁੱਡ ਸਮੈਲ, ਪ੍ਰੋਪਰ ਹੇਅਰ ਕੱਟ, ਟੀਥ ਐਂਡ ਸਕਿਨ ਕੇਅਰ। ਸੂਟ ਅਪ ਬਿਕੋਜ਼ ਪਰਸਨੈਲਿਟੀ ਇਜ਼ਨਟ ਦ ਫਰਸਟ ਥਿੰਗ ਪੀਪਲ ਸੀ। ਦੇ ਆਰ ਗੋਲ ਓਰੀਐਂਟਡ। ਜਿਵੇਂ ਕਿ ਆਪਾਂ ਪਿਛਲੀ ਵੀਡੀਓ ਟੌਪ 5 ਰਿਚ ਪਰਸਨਸ ਆਫ ਪੰਜਾਬ ਵਿੱਚ ਦੇਖਿਆ, ਸਭ ਗੋਲ ਓਰੀਐਂਟਡ ਸੀ। ਦੋਸਤੋ, ਜੇ ਆਪਾਂ ਨੂੰ ਪਤਾ ਹੋਵੇ ਕਿ ਆਪਾਂ ਕਿਸੇ ਪਾਰਟਿਕੂਲਰ ਜਗ੍ਹਾ ਪਹੁੰਚਣਾ ਹੈ ਤਾਂ ਟਰਾਂਸਪੋਰਟ ਦਾ ਸਾਧਨ, ਰੂਟ ਤੇ ਟਾਈਮ ਉਦੋਂ ਮੈਟਰ ਨਹੀਂ ਕਰਦਾ। ਪਰ ਜੇ ਆਪਾਂ ਨੂੰ ਪਤਾ ਹੀ ਨਾ ਹੋਵੇ ਕਿ ਆਪਾਂ ਜਾਣਾ ਕਿੱਥੇ ਹੈ, ਤਾਂ ਭਾਵੇਂ ਆਪਣੇ ਕੋਲ ਜਹਾਜ਼ ਵੀ ਕਿਉਂ ਨਾ ਹੋਵੇ, ਤਾਂ ਉਸ ਦਾ ਕੋਈ ਫਾਇਦਾ ਨਹੀਂ। ਸਕਸੈਸਫੁਲ ਬੰਦਿਆਂ ਦਾ ਗੋਲ ਟਾਈਮ ਅਕੋਰਡਿੰਗ ਵੰਡਿਆ ਹੁੰਦਾ ਹੈ। ਵੀਕਲੀ, ਮੰਥਲੀ, ਈਅਰਲੀ, ਮੀਡੀਅਮ ਟਰਮ ਤੇ ਲਾਈਫ ਟਰਮ। ਇਸ ਤਰੀਕੇ ਨਾਲ ਗੋਲ ਅਚੀਵ ਕਰਨਾ ਸੌਖਾ ਹੋ ਜਾਂਦਾ ਹੈ, ਕਿਉਂਕਿ ਉਹਨਾਂ ਨੇ ਆਪਣਾ ਗੋਲ ਲਿਖਿਆ ਹੁੰਦਾ ਤੇ ਹਰ ਕੰਮ ਗੋਲ ਰਿਲੇਟਡ ਹੀ ਕਰਦੇ ਨੇ। ਜੇ ਆਪਾਂ ਵੀ ਡਿਸਾਈਡ ਕਰ ਲਈਏ ਕਿ ਸਾਨੂੰ ਲਾਈਫ 'ਚ ਚਾਹੀਦਾ ਕੀ ਹੈ, ਤਾਂ ਆਪਾਂ ਨੂੰ ਇੱਕ ਰਾਹ ਮਿਲ ਜਾਂਦਾ ਹੈ। ਗੋਲਸ ਗਿਵ ਆਵਰ ਲਾਈਫ ਮੀਨਿੰਗ। ਦੇ ਪ੍ਰੀ-ਪਲਾਨਡ ਡੇ। ਸਕਸੈਸਫੁਲ ਲੋਕ ਵੀ ਇਨਸਾਨ ਹੀ ਹੁੰਦੇ ਨੇ। ਉਹ ਕੋਈ ਏਲੀਅਨ ਜਾਂ ਟਾਈਮ ਟਰੈਵਲਰ ਨਹੀਂ ਹੁੰਦੇ। ਉਹਨਾਂ ਕੋਲ ਵੀ 24 ਘੰਟੇ ਹੁੰਦੇ ਨੇ ਤੇ ਆਪਣੇ ਕੋਲ ਵੀ, ਪਰ ਉਹ ਆਪਣੇ ਇਹਨਾਂ ਘੰਟਿਆਂ ਨੂੰ ਵੀ ਪਲਾਨ ਕਰਕੇ ਚੱਲਦੇ ਨੇ। ਉਹ ਸੌਣ ਤੋਂ ਪਹਿਲਾਂ ਆਉਣ ਵਾਲੇ ਦਿਨ ਦੀ ਪੂਰੀ ਪਲੈਨਿੰਗ ਕਰਦੇ ਨੇ ਤੇ ਜਿੰਨਾ ਹੋ ਸਕੇ ਉਹ ਆਪਣੇ ਟਾਈਮ ਨੂੰ ਸਕੈਡਿਊਲ ਕਰਦੇ ਰਹਿੰਦੇ ਨੇ। ਸਾਨੂੰ ਵੀ ਆਪਣਾ ਦਿਨ ਗੋਲ ਦੇ ਅਕੋਰਡਿੰਗ ਪਲਾਨ ਕਰਨਾ ਚਾਹੀਦਾ ਤੇ ਜਿੰਨਾ ਹੋ ਸਕੇ ਆਪਣੇ ਗੋਲ ਨੂੰ ਰਿਵਾਈਜ਼ ਕਰਦੇ ਰਹਿਣਾ ਚਾਹੀਦਾ। ਬਾਈ ਫੇਲਿੰਗ ਟੂ ਪ੍ਰਪੇਅਰ, ਯੂ ਆਰ ਪ੍ਰਪੇਅਰਿੰਗ ਟੂ ਫੇਲ। ਦੇ ਕੀਪ ਲਰਨਿੰਗ। ਐਵਰੇਜ ਰਿਚ ਸਾਲ 'ਚ 50 ਬੁੱਕਸ ਪੜ੍ਹਦਾ ਹੈ। ਬਿਲ ਗੇਟਸ ਦੀ ਨੈਟਫਲਿਕਸ ਇੰਟਰਵਿਊ ਵਿੱਚ ਰਿਪੋਰਟਰ ਦੇ ਪੁੱਛਣ ਤੇ ਉਹਨਾਂ ਦੱਸਿਆ ਕਿ ਅੱਜਕੱਲ ਉਹ 30 ਦੇਸ਼ਾਂ ਦੇ ਲੇਟੈਸਟ ਬਜਟਸ ਪੜ੍ਹ ਰਹੇ ਨੇ, ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਪੜ੍ਹਨ ਦਾ ਬਹੁਤ ਸ਼ੌਂਕ ਹੈ। ਤੇ ਉਹਨਾਂ ਦੇ ਦੋਸਤ ਵਾਰਨ ਬਫੇ ਦਿਨ 'ਚ ਬੁੱਕਸ ਤੋਂ ਇਲਾਵਾ 6 ਨਿਊਜ਼ਪੇਪਰਸ ਪੜ੍ਹਦੇ ਨੇ। ਰੀਡਿੰਗਸ ਤੋਂ ਇਲਾਵਾ ਰਿਚ ਕੋਚਿੰਗਸ, ਟ੍ਰੇਨਿੰਗਸ ਜਾਂ ਸੈਮੀਨਾਰ ਵਿੱਚ ਜਾਣਾ ਵੀ ਬਹੁਤ ਪਸੰਦ ਕਰਦੇ ਨੇ, ਜਿਸ ਨਾਲ ਉਹਨਾਂ ਦੀ ਨੌਲੇਜ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਇਹ ਪੈਸੇ ਇਨਵੈਸਟ ਕਰਨ ਤੋਂ ਪਹਿਲਾਂ ਆਪਣੇ ਆਪ 'ਚ ਇਨਵੈਸਟ ਕਰਦੇ ਨੇ, ਜਿਸ ਨਾਲ ਇਹ ਅਪ ਟੂ ਡੇਟ ਰਹਿੰਦੇ ਨੇ। Always keep learning. It keeps you young. They listen more
ਐਂਡ ਟਾਕ ਲੈਸ। ਇਹ ਇੱਕ ਛੋਟੀ ਤੇ ਨਾਰਮਲ ਗੱਲ ਹੈ, ਪਰ ਇਸ ਤੇ ਅਮਲ ਕਰਨਾ ਉਨਾ ਹੀ ਔਖਾ। ਜੇ ਆਪਾਂ ਸੁਣਨ ਤੋਂ ਜ਼ਿਆਦਾ ਬੋਲਾਂਗੇ ਤਾਂ ਸਾਨੂੰ ਕੁਝ ਵੀ ਨਵਾਂ ਸਿੱਖਣ ਨੂੰ ਨਹੀਂ ਮਿਲੇਗਾ। ਸਕਸੈਸਫੁਲ ਲੋਕ ਘੱਟ ਬੋਲਦੇ ਨੇ ਪਰ ਜ਼ਿਆਦਾ ਅਬਜ਼ਰਵ ਕਰਦੇ ਨੇ। ਉਹ ਦੂਜਿਆਂ ਨੂੰ ਬੋਲਣ ਦਾ ਮੌਕਾ ਦਿੰਦੇ ਨੇ, ਉਹਨਾਂ ਦੀ ਗੱਲਾਂ 'ਚ ਇੰਟਰਸਟ ਲੈਂਦੇ ਨੇ, ਜਿਸ ਕਰਕੇ ਸਾਹਮਣੇ ਵਾਲਾ ਉਹਨਾਂ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਇਹਨਾਂ ਦੀ ਸੁਸਾਇਟੀ ਵਿੱਚ ਗੁੱਡਵਿਲ ਤੇ ਹੈਲਦੀ ਰਿਲੇਸ਼ਨਸ ਬਣੇ ਰਹਿੰਦੇ ਨੇ। The art of conversation lies in listening. They believe in teamwork. ਹਰ ਇੱਕ ਬੰਦਾ ਹਰ ਫੀਲਡ ਵਿੱਚ ਐਕਸਪਰਟ ਨਹੀਂ ਹੋ ਸਕਦਾ। ਕੋਈ ਮਾਰਕੀਟਿੰਗ ਐਕਸਪਰਟ ਹੁੰਦਾ ਤੇ ਕੋਈ ਮੈਨੇਜਿੰਗ। ਰਿਚ ਉਹਨਾਂ ਐਕਸਪਰਟਸ ਨੂੰ ਇਕੱਠੇ ਕਰਕੇ ਟੀਮ ਵਰਕ ਕਰਦੇ ਨੇ, ਜਿਸ ਨਾਲ ਸਭ ਨੂੰ ਪ੍ਰੋਫਿਟ ਹੁੰਦਾ। ਪਰ ਇਸ ਦੇ ਉਲਟ ਪੂਅਰ ਤੇ ਮਿਡਲ ਕਲਾਸ ਆਪਣੇ ਆਪ ਨੂੰ ਹੀ ਐਕਸਪਰਟ ਮੰਨਦੇ ਨੇ। ਉਹਨਾਂ ਕਿਸੇ ਦਾ ਕੰਮ ਕੀਤਾ ਪਸੰਦ ਨਹੀਂ ਆਉਂਦਾ। ਕੋਲੈਬੋਰੇਸ਼ਨ ਕਰਨ ਨਾਲ ਪ੍ਰੋਡਕਟਿਵਿਟੀ ਵੱਧ ਜਾਂਦੀ ਹੈ, ਨਵੇਂ ਆਈਡੀਆਜ਼ ਆਉਂਦੇ ਨੇ ਤੇ ਬਿਜ਼ਨਸ ਐਕਸਪੈਂਡ ਕਰਨਾ ਸੌਖਾ ਹੋ ਜਾਂਦਾ। ਕੋਲੈਬੋਰੇਸ਼ਨ ਇਜ਼ ਦ ਕੀ ਟੂ ਸਕਸੈਸ। They do not play the blame game. ਰਿਚ ਤੇ ਸਕਸੈਸਫੁਲ ਲੋਕ ਕਦੇ ਵੀ ਕਿਸੇ ਨੂੰ ਦੋਸ਼ ਨਹੀਂ ਦਿੰਦੇ। ਉਹ ਆਪਣੀ ਜ਼ਿੰਮੇਵਾਰੀ ਆਪ ਚੱਕਦੇ ਨੇ। ਪਰ ਇਸ ਦੇ ਉਲਟ ਅਨਸਕਸੈਸਫੁਲ ਹਮੇਸ਼ਾ ਦੋਸ਼ ਦਿੰਦੇ ਰਹਿੰਦੇ ਨੇ, ਕਦੇ ਫੈਮਿਲੀ ਨੂੰ, ਕਦੇ ਮਾਰਕੀਟ ਨੂੰ ਤੇ ਕਦੇ ਸਰਕਾਰਾਂ ਨੂੰ। ਹਮੇਸ਼ਾ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਨੇ। ਚਲੋ ਮੰਨਦੇ ਹਾਂ ਕਈ ਵਾਰ ਸਿਚੁਏਸ਼ਨ ਸਹੀ ਵੀ ਨਹੀਂ ਹੁੰਦੀ, ਪਰ 99% ਪ੍ਰੋਬਲਮਸ ਦਾ ਹੱਲ ਆਪਣੇ ਪਰ ਹੁੰਦਾ, ਕਿਉਂਕਿ ਜਿਵੇਂ ਆਪਾਂ ਰਿਐਕਟ ਕਰੋਗੇ ਉਵੇਂ ਦੀ ਲਾਈਫ ਹੋਵੇਗੀ। ਉਹਨਾਂ ਨੂੰ ਚਾਹੀਦਾ ਉਹ ਆਪਣੀਆਂ ਸਕਿੱਲਸ ਇੰਪਰੂਵ ਕਰਨ ਤੇ ਅੱਗੇ ਵਧਣ। ਬਲੇਮਿੰਗ ਅਦਰਸ takes time and energy from improving yourself. They are good at financial decisions. Rich ਤੇ successful ਲੋਕਾਂ ਨੂੰ ਪੈਸਾ ਵਰਤਣਾ ਆਉਂਦਾ ਹੈ। ਉਹਨਾਂ ਨੂੰ ਸ਼ੁਰੂ ਤੋਂ ਸਿਖਾਇਆ ਜਾਂਦਾ ਹੈ ਕਿ ਸੋਰਸ ਆਫ ਇਨਕਮ ਇੱਕ ਤੋਂ ਵੱਧ ਹੋਣੇ ਚਾਹੀਦੇ ਨੇ। ਜਿਸ ਸੋਰਸ ਤੋਂ ਉਹਨਾਂ ਨੂੰ ਪੈਸਾ ਵੱਧ ਬਣਦਾ ਹੈ ਉਸ ਤੇ ਉਹ ਆਪਣਾ ਧਿਆਨ ਜ਼ਿਆਦਾ ਦਿੰਦੇ ਨੇ। ਆਪਣੀ ਸੇਵਿੰਗਸ ਨੂੰ ਜ਼ਿਆਦਾਤਰ ਕੈਸ਼ ਫਾਰਮ 'ਚ ਰੱਖਦੇ ਨੇ ਤੇ ਇਨਵੈਸਟ ਕਰਨ ਲਈ ਰਿਸੈਸ਼ਨ ਦੀ ਉਡੀਕ ਕਰਦੇ ਨੇ। ਰਿਚ ਹਮੇਸ਼ਾ ਪੇ ਯੋਰਸੈਲਫ ਫਸਟ ਦਾ ਫਾਰਮੂਲਾ ਵਰਤਦੇ ਨੇ, ਜਿਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਲਈ ਕੱਪੜੇ ਜਾਂ ਹੋਰ ਚੀਜ਼ਾਂ ਬਾਏ ਕਰੋ। ਇਸ ਦਾ ਅਸਲ ਮਤਲਬ ਇਹ ਹੈ ਕਿ ਆਪਣੇ ਬਿਜ਼ਨਸ ਵਿੱਚ ਰੀਇਨਵੈਸਟ ਕਰਨਾ ਤਾਂ ਜੋ ਉਹ ਹੋਰ ਪ੍ਰੋਫਿਟ ਦੇ ਸਕੇ। ਇਟਸ ਨਾਟ ਯੋਰ ਸੈਲਰੀ that makes you rich. It's your spending habits. They do not let their emotions to control them. ਤੁਸੀਂ ਦੇਖਿਆ ਹੋਵੇਗਾ ਕਿ ਰਿਚ ਜ਼ਿਆਦਾਤਰ ਸ਼ਾਂਤ ਸੁਭਾਅ ਦੇ ਹੁੰਦੇ ਨੇ ਤੇ ਹਰ ਸਿਚੁਏਸ਼ਨ ਨੂੰ ਬੜੀ ਹੀ ਆਸਾਨੀ ਨਾਲ ਟੈਕਲ ਕਰਦੇ ਨੇ। ਉਹ ਆਪਣੇ ਗੁੱਸੇ, ਜੈਲਸ ਤੇ ਹੋਰ ਇਮੋਸ਼ਨਸ ਦਾ ਸ਼ਿਕਾਰ ਨਹੀਂ ਬਣਦੇ। ਉਹਨਾਂ ਨੂੰ ਪਤਾ ਹੁੰਦਾ ਕਿ ਇਮੋਸ਼ਨਲ ਹੋ ਕੇ ਲਏ ਡਿਸੀਜਨਸ ਦਾ ਨਤੀਜਾ ਮਾੜਾ ਹੋ ਸਕਦਾ। ਇਹ ਪ੍ਰੋਬਲਮਸ ਲਈ ਥਿੰਕ, ਇਵੈਲੂਏਟ ਐਂਡ ਦੈਨ ਰਿਸਪੌਂਡ ਦਾ ਫਾਰਮੂਲਾ ਵਰਤਦੇ ਨੇ। ਮਤਲਬ ਉਹ ਸੋਚ ਸਮਝ ਕੇ ਹਰ ਗੱਲ ਤੇ ਰਿਐਕਟ ਨਹੀਂ, ਰਿਸਪੌਂਡ ਕਰਦੇ ਨੇ। ਇਫ ਯੂ ਕੈਨ ਨਾਟ ਕੰਟਰੋਲ ਯੋਰ ਇਮੋਸ਼ਨਸ, ਯੂ ਕੈਨਟ ਕੰਟਰੋਲ ਯੋਰ ਮਨੀ। ਦੇ ਡੂ ਨਾਟ ਵੇਟ ਟੂ ਟੇਕ ਐਕਸ਼ਨ। ਆਪਾਂ ਦੇਖਿਆ ਹੀ ਹੈ ਕਿ ਰਿਚ ਕੋਲ ਮਹਿੰਗੀਆਂ ਕਾਰਾਂ, ਮੈਨਸ਼ਨਸ, ਯਾਟਸ, ਪ੍ਰਾਈਵੇਟ ਜੈਟਸ ਹੁੰਦੇ ਨੇ, ਪਰ ਆਪਾਂ ਇਹਨਾਂ ਚੀਜ਼ਾਂ ਦੇ ਪਿੱਛੇ ਦੀ ਸਟਰਗਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਕਿ ਉਹ ਕਿਹੜੀਆਂ ਸਿਚੁਏਸ਼ਨਾਂ 'ਚੋਂ ਲੰਘੇ ਤੇ ਸਹੀ ਫੈਸਲਿਆਂ ਨਾਲ ਇਮੀਡੀਏਟ ਐਕਸ਼ਨ ਲਿਆ। ਬਹੁਤ ਲੋਕ ਇਸ ਕਰਕੇ ਐਕਸ਼ਨ ਨਹੀਂ ਲੈਂਦੇ ਕਿਉਂਕਿ ਉਹਨਾਂ ਨੂੰ ਫੇਲ ਹੋਣ ਦਾ ਡਰ ਹੁੰਦਾ, ਪਰ ਸਕਸੈਸਫੁਲ ਲੋਕ ਓਵਰ ਥਿੰਕਿੰਗ ਨਹੀਂ ਕਰਦੇ ਤੇ ਐਕਸ਼ਨ ਲੈਂਦੇ ਨੇ ਤੇ ਹੋਣ ਵਾਲੀਆਂ ਗਲਤੀਆਂ ਨੂੰ ਨਾਲ-ਨਾਲ ਸੁਧਾਰਦੇ ਰਹਿੰਦੇ ਨੇ। ਰਿਚ ਇਹ ਜਾਣਦੇ ਨੇ ਕਿ ਫੇਲੀਅਰ ਹਮੇਸ਼ਾ ਇੱਕ ਫੀਡਬੈਕ ਹੁੰਦਾ ਕੰਮ ਨੂੰ ਸੁਧਾਰਨ ਲਈ। ਇਸ ਕਰਕੇ ਉਹ ਆਪਣੇ ਸਰਕਲ ਵਿੱਚ ਹਮੇਸ਼ਾ ਐਕਸਪਰਟਸ ਰੱਖਦੇ ਨੇ ਜੋ ਐਕਸ਼ਨ ਟੇਕਰਸ ਹੁੰਦੇ ਨੇ। ਐਕਸ਼ਨ ਇਜ਼ ਦ ਫਾਊਂਡੇਸ਼ਨ ਕੀ ਟੂ ਆਲ ਸਕਸੈਸ। ਸੋ ਇਹਨਾਂ ਵਿੱਚੋਂ ਕਿਹੜੀਆਂ ਹੈਬਿਟਸ ਤੁਹਾਡੇ ਕੋਲ ਨੇ? Be honest with yourself and answer in comments.